ਅਜ਼ਮਾਉਣਾ ਛੱਡ ਦਿਓ ਜਬਰਾਂ ਸੰਗ ਸਬਰਾਂ ਨੂੰ ਪਰਤੇ ਆਉਣਾ ਛੱਡ ਦਿਓ ਉਹ ਹਲ ਛੱਡ ਕੇ ਪਾਲਿਆ ਜੇ ਜੈ ਜਵਾਨ ਜੈ ਕਿਸਾਨ ਉਹ ਹਲ ਛੱਡ ਕੇ ਪਾਲਿਆ ਜੇ ਅਸੀਂ ਹੱਥ ਹਥਿਆਰਾਂ ਨੂੰ ਹਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਹਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੋ ਅੱਜ ਅਸੀਂ ਜੋ ਕਿਸਾਨਾਂ ਦੇ ਹੱਕ ਦੇ ਲਈ ਸਮਰਥਨ ਸੀ, ਅਸੀਂ ਸਾਰੇ ਨੌਜਵਾਨ ਵੀਰ ਅਸੀਂ ਇੱਥੇ ਇਕੱਠੇ ਹੋਏ ਹਾਂ। ਔਰ ਸਾਡਾ ਇੱਥੇ ਕੋਈ ਵੀ ਪਾਰਟੀ ਦੇ ਖਿਲਾਫ ਖੜਨਾ ਨਹੀਂ ਆ। ਅਸੀਂ ਕਿਸੇ ਵੀ ਪਾਰਟੀ ਨੂੰ ਨਫ਼ਰਤ ਨਹੀਂ ਕਰਦੇ, ਨਾ ਹੀ ਸਾਨੂੰ ਕੋਈ ਪਾਰਟੀ ਤੋਂ ਕੋਈ ਅਸੀਂ ਨਾ ਕਿਸੇ ਨੂੰ ਇੰਨੀ ਸਪੋਰਟ ਕਰਦੇ ਆ। ਔਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਬੀਜੇਪੀ ਪਾਰਟੀ ਮਾੜੀ ਆ। ਪਾਰਟੀ ਕੋਈ ਮਾੜੀ ਨਹੀਂ ਹੁੰਦੀ। ਪਾਰਟੀ ਦੇ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦੇ ਹਮੇਸ਼ਾ ਕਿਰਦਾਰਾਂ ਤੇ ਉਂਗਲੀਆਂ ਉੱਠੀਆਂ ਜਾਂਦੀਆਂ। ਹੁਣ ਫੈਮਿਲੀ ਵਿੱਚੋਂ ਇੱਕ ਮੈਂਬਰ ਗਲਤ ਹੋਵੇ ਤੇ ਸਾਰੀ ਫੈਮਿਲੀ ਨੂੰ ਅਸੀਂ ਗੰਦਾ ਨਹੀਂ ਕਹਿ ਸਕਦੇ। ਇਸ ਕਰਕੇ ਅੱਜ ਅਸੀਂ ਮੋਦੀ ਸਾਹਿਬ ਦੇ ਉਹਨਾਂ ਦੇ ਜੋ ਕਿਰਦਾਰ ਹੈ, ਜੋ ਇਹਨਾਂ ਦੇ ਬਿਆਨ ਹੈ, ਜੋ ਕਿਸਾਨਾਂ ਦੇ ਵਿਰੋਧ ਦੇ ਹੱਕ 'ਚ ਮਤਲਬ ਕਿ ਕੱਢ ਰਹੇ ਨੇ, ਜੋ ਕਿਸਾਨਾਂ ਦੇ ਨੁਕਸਾਨ ਦੇ ਲਈ ਮਤਲਬ ਕਿ ਜੋ ਹਾਨੀਕਾਰਕ ਹੈ, ਅਸੀਂ ਉਹਨਾਂ ਦੇ ਖਿਲਾਫ ਹੈ। ਅਸੀਂ ਮੋਦੀ ਜੀ ਦੀ ਜੋ ਸੋਚ ਹੈ, ਜੋ ਐਲਾਨ ਕਰ ਰਹੇ ਆ ਉਹ ਪੰਜਾਬ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਅਸੀਂ ਉਹਦਾ ਰੋਸ ਪ੍ਰਦਰਸ਼ਨ ਕਰਨਾ ਹੈ। ਬਾਕੀ ਸਾਨੂੰ ਕੋਈ ਵੀ ਪਾਰਟੀ ਨਾਲ ਕੋਈ ਵੀ ਨਫ਼ਰਤ ਨਹੀਂ ਹੈਗੀ। ਅਸੀਂ ਬੀਜੇਪੀ ਨੂੰ ਵੀ ਮੁਹੱਬਤ ਕਰਨੇ ਆ, ਕਾਂਗਰਸ ਨੂੰ ਵੀ ਮੁਹੱਬਤ ਕਰਨੇ ਆ, ਆਮ ਆਦਮੀ ਨੂੰ ਵੀ ਕਰਨੇ ਆ, ਅਕਾਲੀਆਂ ਨੂੰ ਵੀ ਕਰਨੇ ਆ। ਅਸੀਂ ਸਾਰੀਆਂ ਪਾਰਟੀਆਂ ਨਾਲ ਮੁਹੱਬਤ ਕਰਨੇ ਆ। ਪਰ ਜਿਹੜੀ ਵੀ ਪਾਰਟੀ ਦਾ ਕੋਈ ਵਰਕਰ ਜਨਤਾ ਨੂੰ ਨੁਕਸਾਨ ਪਹੁੰਚਾਏਗਾ, ਅਸੀਂ ਉੱਥੇ ਖੜ੍ਹਦੇ ਹਾਂ। ਦੇਖੋ, ਪਹਿਲਾ ਪੁਆਇੰਟ ਇਹ ਆ ਕਿ ਜਿਹੜੀ ਜਨਤਾ ਦੇ ਲਈ ਇਹਨਾਂ ਨੇ ਨੋਟਬੰਦੀ ਕੀਤੀ ਸੀ, ਤਾਂ ਉਹ ਕਹਿ ਰਹੇ ਕਿ ਜੋ ਮੈਂ ਨੋਟਬੰਦੀ ਕੀਤੀ ਹੈ ਉਹਦੇ ਜੋ ਫਾਇਦੇ ਨੇ ਆਮ ਜਨਤਾ ਨੂੰ ਸਮਝ ਨਹੀਂ ਆਇਆ। ਦੂਸਰਾ ਪੁਆਇੰਟ ਕਿ ਜੋ ਬਿਜ਼ਨਸਮੈਨ ਹੈ ਉਹਨਾਂ ਲਈ ਜੋ ਮੈਂ GST ਲਾਗੂ ਕੀਤੀ ਹੈ, GST ਦੇ ਕੀ ਫਾਇਦੇ ਨੇ ਉਹ ਬਿਜ਼ਨਸਮੈਨਾਂ ਨੂੰ ਸਮਝ ਨਹੀਂ ਆਈ। ਤੀਸਰਾ ਪੁਆਇੰਟ ਕਿ ਜੋ ਕਸ਼ਮੀਰੀਏ ਭਰਾ ਨੇ ਉਹਨਾਂ ਲਈ ਜੋ 370 ਧਾਰਾ ਲਾਗੂ ਕੀਤੀ ਹੈ ਉਹਦੇ ਕੀ ਫਾਇਦੇ ਨੇ, ਕਸ਼ਮੀਰੀਏ ਭਰਾਵਾਂ ਨੂੰ ਉਹਦੇ ਫਾਇਦੇ ਸਮਝ ਨਹੀਂ ਆ ਰਹੇ। ਇਹ ਕਹਿ ਰਿਹਾ ਜੋ ਹੁਣ ਚੌਥਾ ਪੁਆਇੰਟ ਹੈ ਕਿ ਕਿਸਾਨੀ ਜੋ ਖੇਤੀ ਦੇ ਜੋ ਕਾਨੂੰਨ ਲਾਗੂ ਕੀਤੇ ਆ, ਉਹ ਕਹਿੰਦੇ ਕਿਸਾਨਾਂ ਨੂੰ ਇਹਦਾ ਕੀ ਫਾਇਦੇ ਆ, ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ। ਸਾਰਾ ਭੱਠਾ ਵੀ ਬਾਤ ਆ ਸਾਡਾ। ਉਸ ਤੋਂ ਬਾਅਦ ਕਹਿ ਰਹੇ ਕਿ ਜੋ ਮੈਂ ਐਲਾਨ ਕੀਤਾ ਉਹਦੇ ਫਾਇਦੇ ਸਮਝ ਨਹੀਂ ਆ ਰਹੇ। ਸਹੀ ਗੱਲ ਹੈ, ਸਮਝ ਨਹੀਂ ਆਏ ਤਾਂ ਹੀ ਸਾਡਾ ਭੱਠਾ ਬਹਿ ਗਿਆ। ਤਾਂ ਮੈਂ ਇਹੋ ਕਹਿ ਰਿਹਾ ਕਿ ਸਾਡਾ ਕੋਈ ਪਾਰਟੀ ਨਾਲ ਕੋਈ ਵਿਰੋਧ ਨਹੀਂ ਹੈਗੀ। ਕੋਈ ਵੀ ਪਾਰਟੀ ਦਾ ਆਗੂ ਜਦੋਂ ਆਮ ਜਨਤਾ ਨੂੰ ਨੁਕਸਾਨ ਪਹੁੰਚਾਏਗਾ, ਅਸੀਂ ਛਾਤੀ ਖੜ ਕੇ ਅਸੀਂ ਉਹਦਾ ਵਿਰੋਧ ਕਰਾਂਗੇ। ਔਰ ਧਾਰਮਿਕ ਸ਼ਾਸਤਰ ਵੀ ਕਹਿੰਦੇ ਨੇ ਕਿ ਜਦੋਂ ਅਧਰਮ ਧਰਮ ਦਾ ਜਦੋਂ ਪਹਿਰਾਵਾ ਪਾ ਲੈਂਦਾ ਤੇ ਉਹਨੂੰ ਨਸ਼ਟ ਕਰਨਾ ਹੀ ਸਾਡਾ ਮੇਨ ਧਰਮ ਹੈ। ਤੋ ਜੋ ਵੀ ਗੰਦੀ ਸੋਚ ਹੈ, ਨੈਗੇਟਿਵ ਸੋਚ ਹੈ, ਉਹਨੂੰ ਖਤਮ ਕਰਨਾ ਹੀ ਸਾਡਾ ਧਰਮ ਹੈ। ਔਰ ਦੇਖੋ ਇੱਕ ਗੱਲ ਹੋਰ, ਜਦੋਂ ਇੱਕ ਆਮ ਬੰਦਾ, ਜਦੋਂ ਇੱਕ ਕਿਸਾਨ ਵੀਰ ਕੋਈ ਵੀ ਫਸਲ ਉਗਾਉਂਦਾ, ਜਾਂ ਫਸਲ ਕਹਿ ਲਓ, ਕਣਕ ਕਹਿ ਲਓ, ਝੋਨਾ ਕਹਿ ਲਓ, ਸਬਜ਼ੀ ਕਹਿ ਲਓ, ਜਦੋਂ ਉਹ ਉਗਾਉਂਦਾ ਉਸ ਤੋਂ ਬਾਅਦ ਜਦੋਂ ਉਗਾਉਣ ਤੋਂ ਬਾਅਦ ਉਹਦਾ ਰੇਟ ਬੜਾ ਘੱਟ ਕਰ ਦਿੰਦੇ ਨੇ। ਉਹ ਮਟੀਰੀਅਲ ਜਦੋਂ ਇਕੱਠਾ ਹੋ ਜਾਂਦਾ, ਉਹ ਜਦੋਂ ਇਕੱਠੇ ਹੋਣ ਤੋਂ ਬਾਅਦ ਜਦੋਂ ਇਹ ਵੇਚਦੇ ਨੇ ਉਹਦਾ ਰੇਟ ਡਬਲ ਕਰ ਦਿੰਦੇ ਨੇ। ਅੱਜ ਤੋਂ 2-3 ਮਹੀਨੇ ਪਹਿਲਾਂ ਆਲੂ 20 ਰੁਪਏ ਕਿਲੋ ਸੀ, 20 ਰੁਪਏ ਕਿਲੋ ਆਲੂ ਸੀ ਅੱਜ ਤੋਂ 2-3 ਮਹੀਨੇ ਪਹਿਲਾਂ। ਹੁਣ ਕੀ ਹੋਇਆ, ਹੁਣ ਕਿਸਾਨਾਂ ਨੇ ਆਲੂ ਲਾਣੇ ਨੇ, ਜਦੋਂ ਉਹੀ ਆਲੂ ਉਹਨਾਂ ਨੇ ਵੇਚਣੇ ਨੇ ਉਦੋਂ ਉਹਦਾ ਰੇਟ 20 ਰੁਪਏ ਕਿਲੋ ਹੋਣਾ। ਜਦੋਂ ਇਹਨਾਂ ਨੇ ਉਹ ਆਲੂ ਉਹ ਸਬਜ਼ੀ ਇਕੱਠੀ ਕਰ ਲੈਣੀ ਹੈ ਤੇ ਇਕੱਠੀ ਕਰਨ ਤੋਂ ਬਾਅਦ ਉਹਦਾ ਰੇਟ 80 ਰੁਪਏ ਕਰ ਦੇਣਾ। तो इस तो वड्डी मैं कहना गंदी पॉलिटिक्स मैं अज तक देखी नहीं।
ਤੋ ਬਾਕੀ ਮੈਂ ਹੋਰ ਵੀ ਸਾਰੇ ਕਿਸਾਨਾਂ ਨੂੰ ਕਹਾਂਗਾ ਕਿ ਸਮਰਥਨ ਦੇ ਲਈ ਆਓ, ਕਿਉਂਕਿ ਇਹੋ ਇੱਕ ਕਿਸਾਨ ਹੈ ਜਿਨ੍ਹਾਂ ਦੀ ਫਸਲ ਦੇ ਲਈ ਸਾਰੇ ਧਾਰਮਿਕ ਜੋ ਧਾਰਮਿਕ ਸਥਾਨ ਨੇ, ਧਾਰਮਿਕ ਸਥਾਨਾਂ ਦੇ ਜੋ ਲੰਗਰ ਨੇ ਉਹ ਪਹੁੰਚ ਰਹੇ ਨੇ। ਗੁਰਦੁਆਰਿਆਂ 'ਚ ਲੰਗਰ ਲੱਗਦੇ ਨੇ, ਮੰਦਿਰਾਂ 'ਚ ਲੰਗਰ ਲੱਗਦੇ ਨੇ, ਉਹ ਕਿਸਾਨਾਂ ਕਰਕੇ ਹੀ ਲੱਗਦੇ ਨੇ। ਜੇ ਅੱਜ ਕਿਸਾਨ ਨਾ ਹੋਣ ਤੇ ਕੋਈ ਵੀ ਧਾਰਮਿਕ ਸੰਸਥਾ ਦਾ ਲੰਗਰ ਨਹੀਂ ਚੱਲ ਸਕਦਾ। ਅਸੀਂ ਬੜੇ ਬੜੇ ਦਾਅਵੇ ਕਰਨੇ ਆ, ਸਾਡੀ ਸੰਸਥਾ ਜਿਹੜੀ ਸਾਡੇ ਧਾਰਮਿਕ ਜੋ ਜਠੇਰੇ ਨੇ ਇਹਨਾਂ ਦਾ ਲੰਗਰ 'ਚ ਬਰਕਤ ਬੜੀ ਹੈ। ਇੱਥੇ ਕਦੀ ਲੰਗਰ ਖਤਮ ਨਹੀਂ ਹੁੰਦਾ। ਜੇ ਲੰਗਰ ਖਤਮ ਨਹੀਂ ਹੁੰਦਾ ਤੇ ਕਿਸਾਨਾਂ ਦਾ ਯੋਗਦਾਨ ਹੈ ਤਾਂ ਹੀ ਖਤਮ ਨਹੀਂ ਹੁੰਦਾ। ਬੰਨ ਸਾਡੇ ਸਬਰਾਂ ਦਾ ਬਸ ਟੁੱਟਣ ਵਾਲਾ ਏ, ਝੰਡਾ ਫੇਰ ਬਗਾਵਤ ਦਾ ਓਏ ਉੱਠਣ ਵਾਲਾ ਏ। ਆਓ ਧਰਤੀ ਦਿਖਾ ਦਈਏ, ਆਓ ਧਰਤੀ ਦਿਖਾ ਦਈਏ ਕੁਰਸੀ ਦੇ ਯਾਰਾਂ ਨੂੰ, ਹਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ। ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ, ਹਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ। ਜਿੱਦਾਂ ਕਿ ਆਪਾਂ ਅੱਜ ਸਰ ਨੇ ਟੋਲ ਪਲਾਜ਼ਾ ਤੇ ਆਪਣੇ ਵੀਰ ਭਰਾਵਾਂ ਦੇ ਨਾਲ ਸੰਭਾਲਣਾ ਪੁੱਜੇ ਹੋਏ ਆ, ਤੇ ਇੱਥੇ ਜਿੱਦਾਂ ਕਿ ਅੱਜ 8 ਤਰੀਕ ਆ, ਅੰਦੋਲਨ ਕਿਸਾਨਾਂ ਦਾ, ਭਾਰਤ ਬੰਦ ਦਾ ਅੰਦੋਲਨ, ਜਿੱਦਾਂ ਸਾਰੇ ਵੀਰ ਭਰਾ ਇੱਥੇ ਪੁੱਜੇ ਹੋਏ ਆ। ਤੇ ਅਸੀਂ ਸਾਰੇ ਜਿਹੜੇ ਯੂਥ, ਸਾਰੇ ਅਵੇਅਰਨੈਸ ਜਿਹਨਾਂ ਨੂੰ ਹੋਈ ਆ ਹੁਣ, ਵੀ ਜਿਹੜੇ ਸਾਡੇ ਵੀਰ ਭਰਾ ਜਿਹੜੇ ਅਵੇਅਰ ਹੋਏ ਆ, ਜਿਹੜੇ ਘਰੋਂ ਨਿਕਲਦੇ ਨਹੀਂ ਸੀ ਹੁਣ ਨਿਕਲੇ ਹੋਏ ਆ, ਸਾਰੇ ਇੱਥੇ ਪਹੁੰਚ ਕੇ ਆਪਣਾ ਕਿਸਾਨਾਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਤੇ ਯੋਗਦਾਨ ਪਾ ਰਹੇ ਆ। ਤੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਇੱਥੇ ਵੱਧ ਚੜ੍ਹ ਕੇ ਪੁੱਜੋ। ਤੇ ਜੋ ਵੀ ਆਪਣੇ ਮਤਲਬ ਇਹ ਨਹੀਂ ਹੈਗਾ ਕਿ ਕੋਈ ਕਿਸਾਨ ਦਾ ਪੋਤਾ ਤੇ ਉਹੀ ਆਏਗਾ, ਜਿਹੜੇ ਘਰ ਬੈਠੇ ਹੋਰ ਵੀ ਲੋਕੀ ਹੈਗੇ ਜਿਹਦੇ ਖੇਤੀਬਾੜੀ ਦੇ ਨਾਲ ਲਈ ਲਿੰਕ ਹੈਗੇ, ਜਾਂ ਜਿਹੜੇ ਹੋਰ ਵੀ ਲੋਕੀ ਹੈਗੇ ਆ, ਉਹ ਵੀ ਇੱਥੇ ਪੁੱਜਣ, ਕਿਉਂਕਿ ਜਿਹੜਾ ਅਨਾਜ ਆਉਂਦਾ ਉਹ ਸਾਰਾ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਘਰੋਂ ਹੀ ਆਉਂਦਾ ਆ। ਕਿਸਾਨਾਂ ਦੀ ਮਿਹਨਤ ਨਾਲ ਜੋ ਵੀ ਜ਼ਮੀਨਾਂ ਜਮੂਨਾਂ ਜਿਹੜੇ ਵੀ ਫਸਲ ਉਹਦੇ ਰਹਿੰਦੇ ਆ, ਉਹ ਸਾਰਾ ਅਨਾਜ ਸਾਡੇ ਘਰਾਂ 'ਚ ਪੁੱਜਦਾ ਆ। ਤੇ ਇਸ ਕਰਕੇ ਇਹ ਨਹੀਂ ਹੈਗਾ ਕਿ ਕਿਸਾਨ ਹੀ ਇੱਥੇ ਖੜਨ ਅੰਦੋਲਨ ਦੇ ਵਿੱਚ, ਹਰ ਇੱਕ ਵੀਰ ਭਰਾ ਇੱਥੇ ਆ ਕੇ ਪੁੱਜਣ ਤੇ ਆਪਣੇ ਅੰਦੋਲਨ ਦਾ ਇੱਕ ਹਿੱਸਾ ਬਣੋ। ਤੇ ਜੋ ਵੀ ਸਾਡੇ ਬਿੱਲ ਜਿਹੜੇ ਪਾਸ ਹੋਏ ਆ, ਜੋ ਵੀ ਇਹ ਕਾਲਾ ਕਾਨੂੰਨ ਜਿਹੜਾ ਕੱਢਿਆ ਹੋਇਆ ਮੋਦੀ ਸਰਕਾਰ ਨੇ, ਤੇ ਇਹਨੂੰ ਆਪਾਂ ਰੱਦ ਕਰਾਉਣਾ ਜਿੱਦਾਂ ਵੀ ਹੋ ਸਕੇ, ਜਿੰਨਾ ਵੀ ਟਾਈਮ ਲੱਗੇ ਆਪਾਂ ਇੱਥੇ ਖੜਨਾ ਹੈ। ਤੇ ਇਸ ਲਈ ਸਾਰੇ ਵੀਰ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੇ ਜਿੱਦਾਂ ਵੀ ਹੋ ਸਕੇ, ਜਿੰਨੀ ਜਲਦੀ ਹੋ ਸਕੇ ਇੱਥੇ ਪੁੱਜਣ ਰਿਸ਼ਪਾਲਮਾ ਟੋਲ ਪਲਾਜ਼ਾ ਸਰਨੇ ਦੇ। ਤੇ ਬਾਕੀ ਸਾਡੇ ਵੀਰ ਭਰਾ ਜੀ, ਅਮਨੀਤ ਭਾਜੀ ਜੀ, ਇਹ ਤੁਹਾਨੂੰ 2-3 ਸ਼ਬਦ ਕਹਿਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 8 ਦਸੰਬਰ ਨੂੰ ਸਾਰੇ ਕਿਸਾਨ ਜੀ ਭਰਾਵਾਂ ਲਈ ਇੱਕ ਰੋਸ ਪ੍ਰਦਰਸ਼ਨ ਲਈ ਉਹਨਾਂ ਦੀ ਸਪੋਰਟ 'ਚ ਸਾਰਿਆਂ ਨੇ ਆਪਾਂ ਇੱਕ ਭਾਰਤ ਬੰਦ ਦਾ ਐਲਾਨ ਕੀਤਾ। ਔਰ ਬੜੀ ਖੁਸ਼ੀ ਹੁੰਦੀ ਹੈ ਕਿ ਸਾਰਿਆਂ ਨੇ ਬਹੁਤ ਹੀ ਆਪਣੇ ਕੋਈ ਬਿਨਾਂ ਧਰਮ ਦੀ ਕੋਈ ਮੁੱਦਾ ਬਣਾਇਆ ਜਾ ਰਿਹਾ, ਧਰਮ ਦਾ ਕੋਈ ਮੁੱਦਾ ਨਹੀਂ ਹੈਗਾ। ਧਰਮ ਹਿੰਦੂ ਸਿੱਖ ਸਾਰੇ ਆਪਣੇ ਸਾਰੇ ਨਾਲ ਖੜੇ ਨੇ ਆਪਣੇ ਸਭੇ ਦੇ, ਔਰ ਸਾਰੇ ਸਪੋਰਟ ਕਰ ਰਹੇ ਨੇ, ਪੂਰਾ ਸਮਰਥਨ ਕਰ ਰਹੇ ਨੇ ਕਿਸਾਨਾਂ ਦੀ ਸਪੋਰਟ 'ਚ ਨੇ ਸਾਰੇ। ਜੋ ਵੀ ਸੈਂਟਰ ਸਰਕਾਰ ਨੇ ਆਪਣੇ ਕਾਨੂੰਨ ਜ਼ਬਰਦਸਤੀ ਥੋਪੇ ਗਏ ਨੇ ਕਿਸਾਨਾਂ ਦੇ ਉੱਤੇ, ਤੇ ਬੇਨਤੀ ਕੀਤੀ ਜਾਂਦੀ ਹੈ ਸਾਰਿਆਂ ਵੱਲੋਂ ਜੋ ਕਿ ਚੱਲ ਰਿਹਾ ਦੇਖ ਰਹੇ ਨੇ ਆਪਣਾ ਕਿੰਨੇ ਦਿਨਾਂ ਤੋਂ ਚੱਲ ਰਿਹਾ ਹੈਗਾ, ਕਿੰਨੇ ਮਹੀਨੇ ਤੋਂ ਚੱਲ ਰਿਹਾ ਹੈਗਾ, 3 ਮਹੀਨੇ ਤੋਂ ਆਪਣਾ ਚੱਲਦਾ ਪਿਆ ਰੋਸ ਪ੍ਰਦਰਸ਼ਨ ਸੈਂਟਰ ਸਰਕਾਰ ਦੇ ਖਿਲਾਫ। ਇਹਨਾਂ ਨੂੰ ਪੂਰਾ ਜੋ ਵੀ ਹੈ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨਾਲ ਬੈਠ ਕੇ ਜੋ ਮੀਟਿੰਗ ਕੱਲ੍ਹ ਨੂੰ ਵੀ ਨੋਟਿਸ ਰੱਖੀ ਗਈ ਹੈ, ਮਤਲਬ ਕਿਸਾਨਾਂ ਦੇ ਹੱਕ ਵਿੱਚ ਹੀ ਫੈਸਲਾ ਹੋਵੇ। ਔਰ ਜੋ ਵੀ ਇਹ ਕਾਲੇ ਕਾਨੂੰਨ ਸਰਕਾਰ ਆਪਣੇ ਖਿਲਾਫ ਕੀਤੇ ਗਏ ਕਿਸਾਨਾਂ ਦੀ ਸਰਕਾਰ ਨੇ, ਉਹਨਾਂ ਨੂੰ ਰੱਦ ਕੀਤਾ ਜਾਵੇ। ਬਾਕੀ ਦੇ ਵੀਰ ਭਰਾ ਸਾਰੇ ਸਪੋਰਟ ਕਰ ਰਹੇ ਨੇ ਉਹਨਾਂ ਦਾ ਬਹੁਤ। ਬਾਕੀ ਇਹ ਹੈ ਕਿ ਜਿੱਦਾਂ ਜੀ ਮੋਦੀ ਸਰਕਾਰ ਜੀ ਕਹਿ ਰਹੀ ਸੀ, ਪਹਿਲਾਂ CAA ਨਹੀਂ ਸਮਝ ਲੱਗਿਆ ਜੀ ਇਹਨਾਂ ਨੂੰ, ਫਿਰ GST ਨਹੀਂ ਸਮਝ ਲੱਗ ਰਿਹਾ ਇਹਨਾਂ ਨੂੰ, ਹੁਣ ਕਹਿ ਰਹੀ ਹੈ ਕਿ ਇਹ ਜਿਹੜਾ ਕਾਨੂੰਨ ਹੈ ਇਹ ਨਹੀਂ ਸਮਝ ਲੱਗ ਰਿਹਾ ਇਹਨਾਂ ਨੂੰ, MSP ਨਹੀਂ ਸਮਝ ਲੱਗ ਰਹੀ, ਇਹ ਨਹੀਂ ਸਮਝ ਲੱਗ ਰਿਹਾ। ਤੇ ਇਹੀ ਗੱਲ ਕਹਿਣਾ ਚਾਹੁੰਦਾ ਕਿ ਗੱਲ BJP ਸਰਕਾਰ ਇਕੱਲੀ ਹੈ ਜਿਹਨੂੰ ਸਾਰੀ ਸਮਝਦਾਰ ਬਣੀ ਹੋਈ ਹੈ, ਜਿਹਨਾਂ ਨੂੰ ਸਾਰਾ ਕੁਝ ਸਮਝ ਲੱਗ ਰਿਹਾ। ਇਸ ਲਈ ਕਹਿ ਰਿਹਾ ਕਿ ਸਾਰੇ ਇੱਥੇ ਆ ਕੇ ਇੱਕ ਅਸੀਂ ਯੂਥ ਇਕੱਠਾ ਹੋ ਕੇ ਤੇ BJP ਸਰਕਾਰ ਦੇ ਖਿਲਾਫ, ਜਿਹੜੀ ਮੋਦੀ ਸਰਕਾਰ ਦੇ ਖਿਲਾਫ ਇੱਕ ਜ਼ੋਰਦਾਰ ਹੀ ਨਾਰਾ ਲਾਈਏ, ਜਿਸ ਨਾਲ ਇਹ ਕਾਲਾ ਕਾਨੂੰਨ ਹੈ ਜਿਹੜਾ ਰੱਦ ਕੀਤਾ ਜਾ ਸਕੇ। ਧੰਨਵਾਦ ਜੀ। ਇਹ ਮੁੱਦਾ ਜਿਹੜਾ ਹੈਗਾ ਇੱਕ ਮਤਲਬ ਕਿਸੇ ਸਰਕਾਰ ਦੇ ਖਿਲਾਫ ਨਹੀਂ ਹੈਗਾ ਕਿ ਕੋਈ BJP ਜਾਂ ਕਾਂਗਰਸ, ਸਾਰੇ ਸਾਡੇ ਵਿੱਚੋਂ ਕੋਈ BJP ਜਾਂ ਕਾਂਗਰਸ, ਮੈਂ ਖੁਦ
ਆਪਣਾ ਜਦੋਂ ਕਾਂਗਰਸ ਉਹ ਸਾਰੇ ਕਹਿ ਰਹੇ ਸੀਗੇ ਵੀ ਕਾਂਗਰਸ ਇੰਨੇ ਸਾਲ ਰਹੀ ਹੈ 70 ਸਾਲ ਰਹੀ ਹੈ ਔਰ ਬੀਜੇਪੀ ਨੂੰ ਮੈਂ ਖੁਦ ਸਪੋਰਟ ਕਰਦਾ ਰਿਹਾ ਔਰ ਜੋ ਜਿੱਥੇ ਗਲਤ ਹੈਗਾ ਉਹਨੂੰ ਗਲਤ ਕਹਿਣਾ ਚਾਹੀਦਾ ਜਿਹਨੂੰ ਆਪਣਾ ਕੋਈ ਬੀਜੇਪੀ ਦਾ ਹੈਗਾ ਜਾਂ ਕਾਂਗਰਸ ਦਾ ਹੈਗਾ ਜਿੱਥੇ ਵੀ ਕਿਤੇ ਨੂੰ ਲੱਗਦਾ ਕਿ ਗਲਤ ਹੈਗਾ ਉਹਨੂੰ ਗਲਤ ਹੀ ਕਹਿਣਾ ਚਾਹੀਦਾ ਔਰ ਇਹ ਇਸ ਵਕਤ ਜੋ ਗਲਤ ਹੋ ਰਿਹਾ ਹਰ ਲੋਕਾਂ ਨੂੰ ਪਤਾ ਹੀ ਹੈ ਵੀ ਕੀ ਗਲਤ ਹੋ ਰਿਹਾ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਫਿਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਕਦੋਂ ਦਿੱਤਾ ਇਨਸਾਫ ਅਦਾਲਤਾਂ ਨੇ ਝੋਲੀ ਅੱਡਿਆਂ ਅਸਾਂ ਨੂੰ ਅੱਜ ਤੱਕ ਲੋਕੋ ਲੰਮੀ ਉਮਰ ਤੋਂ ਉਡੀਕ ਇੱਥੇ ਫੈਸਲੇ ਦੀ ਮੰਗੀ ਭੀਖ ਨਹੀਂ ਮੰਗੇ ਸੀ ਹੱਕ ਲੋਕੋ ਨੱਕ ਰਗੜਿਆਂ ਮਿਲਣਾ ਹੱਕ ਇੰਦੇ ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ